ਜੰਗਨਾਮਾ ਭੰਗਾਣੀ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਇਸ ਸਰੋਤ ਨੂੰ ਪੜਨ ਤੋਂ ਪਤਾ ਲੱਗਦਾ ਹੈ ਕਿ ਸ਼੍ਰੀ ਪਾਉਂਟਾ ਸਾਹਿਬ ਜਾਣ ਤੋਂ ਪਹਿਲਾਂ ਦਸ਼ਮੇਸ਼ ਪਿਤਾ ਹਜੇ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਹੀ ਸਨ, ਉਦੋਂ ਔਰੰਗਜ਼ੇਬ ਦੇ ਦਰਬਾਰ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਇੱਕ ਚਿੱਠੀ ਪਹੁੰਚਦੀ ਹੈ। ਚਿੱਠੀ ਦੇ ਪਹਿਲੇ ਬੋਲ ਸਨ, ਤੂੰ ਸ਼ਾਹ ਗੋਬਿੰਦ ਅਖਵਾਉਂਦਾ ਵੱਡਾ ਮਰਦਾਨਾ। ਇਸ ਦਾ ਮਤਲਬ ਔਰੰਗਜ਼ੇਬ ਨੂੰ ਸਭ ਤੋਂ ਵੱਡਾ ਇਤਰਾਜ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਦਸ਼ਾਹਾਂ ਵਰਗੀ ਰਹਿਣੀ ਸਹਿਣੀ ਤੋਂ ਸੀ। ਇਹ ਗੱਲ ਔਰੰਗਜ਼ੇਬ ਨੂੰ ਸਭ ਤੋਂ ਜ਼ਿਆਦਾ ਇਸ ਲਈ ਚੁੱਭਦੀ ਸੀ ਕਿਉਂਕਿ ਉਸ ਸਮੇਂ ਦੇ ਇਸਲਾਮਿਕ ਕਾਨੂੰਨ ਦੇ ਮੁਤਾਬਕ ਕੁਝ ਹੱਕ ਸਿਰਫ ਬਾਦਸ਼ਾਹ ਲਈ ਹੀ ਰਾਖਵੇਂ ਰੱਖੇ ਗਏ ਸਨ। ਪਹਿਲਾ, ਝਰੋਖਾ ਦਰਸ਼ਨ। ਬਾਦਸ਼ਾਹ ਤੋਂ ਇਲਾਵਾ ਕੋਈ ਦਰਬਾਰ ਲਾ ਕੇ ਨਹੀਂ ਸੀ ਬੈਠ ਸਕਦਾ। ਪਰ ਸਾਡੇ ਇਤਿਹਾਸਿਕ ਸਰੋਤਾਂ ਵਿੱਚ ਜ਼ਿਕਰ ਮਿਲਦਾ ਹੈ ਕਿ ਦਸ਼ਮੇਸ਼ ਪਿਤਾ ਨੇ 6 ਨਿੱਜ ਉੱਚਾ ਸਿੰਘਾਸਨ ਤਿਆਰ ਕਰਵਾ ਕੇ ਦਰਬਾਰ ਲਾਉਣਾ ਸ਼ੁਰੂ ਕੀਤਾ ਸੀ। ਦੂਸਰਾ, ਬਾਦਸ਼ਾਹ ਤੋਂ ਬਿਨਾਂ ਕੋਈ ਆਪਣੀ ਫੌਜ ਲਈ ਕਾਬੁਲ ਦੇ ਘੋੜੇ ਨਹੀਂ ਸੀ ਖਰੀਦ ਸਕਦਾ। ਬੀਬੀ ਉਮਰੀ ਦੇ ਪੁੱਤਰ, ਕੋਟਲਾ ਨਿਹੰਗ ਖਾਂ ਦੇ ਪੁੱਤਰ ਨਬੀ ਖਾਂ ਤੇ ਗਨੀ ਖਾਂ, ਇਹ ਸਾਰੇ ਕਾਬੁਲ ਦੇ ਘੋੜਿਆਂ ਦੇ ਹੀ ਵਪਾਰੀ ਸਨ ਤੇ ਖਾਲਸੇ ਦੀਆਂ ਫੌਜਾਂ ਲਈ ਕਾਬੁਲ ਤੋਂ ਘੋੜੇ ਲਿਆਉਣ ਦਾ ਕੰਮ ਕਰਦੇ ਸਨ। ਤੀਸਰਾ, ਕੋਈ ਆਪਣਾ ਨਿਸ਼ਾਨ, ਆਪਣਾ ਝੰਡਾ ਨਹੀਂ ਸੀ ਝੁਲਾ ਸਕਦਾ। ਪਰ ਸਿੱਖ ਧਰਮ ਵਿੱਚ ਤਾਂ ਨਿਸ਼ਾਨ ਸਾਹਿਬ ਝੁਲਾਉਣ ਦੀ ਰੀਤ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਚੱਲਦੀ ਆ ਰਹੀ ਸੀ। ਚੌਥਾ, ਕੋਈ ਨਗਾੜਾ ਨਹੀਂ ਸੀ ਵਜਾ ਸਕਦਾ। ਪਰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਤਾਂ 1678 ਤੋਂ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਿਆਰ ਕਰਾਇਆ ਹੋਇਆ ਰਣਜੀਤ ਨਗਾੜਾ ਵਜਾਇਆ ਜਾ ਰਿਹਾ ਸੀ। ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵੱਜਦਾ ਰਣਜੀਤ ਨਗਾੜਾ ਔਰੰਗਜ਼ੇਬ ਨੇ ਕਿੱਥੋਂ ਬਰਦਾਸ਼ਤ ਕਰਨਾ ਸੀ। ਜਦੋਂ ਉਸਦੇ ਆਪ ਦੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਨੇ ਕਾਬੁਲ ਫਤਿਹ ਕੀਤਾ ਸੀ ਤਾਂ ਉਸਨੇ ਖੁਸ਼ੀ ਮਨਾਉਣ ਲਈ ਨਗਾੜਾ ਵਜਾ ਲਿਆ ਸੀ। ਜਦ ਇਹ ਖਬਰ ਇੱਕ ਇਲਚੀ ਰਾਹੀਂ ਔਰੰਗਜ਼ੇਬ ਤੱਕ ਪਹੁੰਚੀ ਤਾਂ ਗੁੱਸੇ ਨਾਲ ਉਹਦੀਆਂ ਅੱਖਾਂ ਲਾਲ ਹੋ ਗਈਆਂ। ਖੜੇ ਪੈਰ ਉਸੇ ਇਲਚੀ ਨੂੰ ਹੀ ਸੁਨੇਹਾ ਦੇ ਕੇ ਵਾਪਸ ਭੇਜਿਆ ਗਿਆ ਕਿ ਸ਼ਹਿਜ਼ਾਦੇ, ਜੇ ਤੈਨੂੰ ਜਿੱਤ ਦਾ ਇੰਨਾ ਹੀ ਚਾਅ ਸੀ ਤਾਂ ਤੂੰ ਢੋਲ ਢਮੱਕਾ ਜਿੰਨਾ ਮਰਜ਼ੀ ਕਰ ਲੈਂਦਾ, ਪਰ ਜਿੰਨਾ ਚਿਰ ਕਾਬੁਲ ਕੰਧਾਰ ਤੋਂ ਲੈ ਕੇ ਦੂਰ ਦੱਖਣ ਤੱਕ ਸ਼ਹਿਨਸ਼ਾਹ ਔਰੰਗਜ਼ੇਬ ਦੀ ਸੱਤਾ ਕਾਇਮ ਹੈ, ਤੇਰੀ ਨਗਾੜਾ ਵਜਾਉਣ ਦੀ ਜੁਰਤ ਕਿਵੇਂ ਪਈ। ਤੇ ਇਹ ਸਾਰੇ ਇਸਲਾਮਿਕ ਕਾਨੂੰਨ ਤਾਕ ਤੇ ਰੱਖ ਕੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸਰੇਆਮ ਆਜ਼ਾਦ ਰਾਜ ਦਾ ਐਲਾਨ ਕੀਤਾ ਜਾ ਰਿਹਾ ਸੀ। ਵੈਸੇ ਜੇ ਇੰਨੀਆਂ ਸਦੀਆਂ ਬਾਅਦ ਵੀ ਦੇਖੀਏ ਤਾਂ ਬੇਸ਼ੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਅਧਿਆਤਮਿਕ ਗੁਰੂ ਹਨ, ਪਰ ਦਰਬਾਰ ਲੱਗਾ ਹੋਣਾ, ਗੁਰੂ ਸਾਹਿਬ ਦਾ ਤਖਤ ਤੇ ਬੈਠਣਾ, ਉੱਤੋਂ ਚੰਦੋਆ ਸਾਹਿਬ ਲੱਗਿਆ ਹੋਣਾ, ਮਹਾਰਾਜ ਦੇ ਸਿਰ ਤੇ ਚੋਰ ਹੋਣਾ ਤੇ ਮਹਾਰਾਜ ਦੀ ਸਵਾਰੀ ਆਉਂਦੇ ਸਮੇਂ ਨਗਾੜਾ ਵੱਜਣਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀਆਂ ਸਾਰੀਆਂ ਨਿਸ਼ਾਨੀਆਂ ਅੱਜ ਵੀ ਬਾਦਸ਼ਾਹਾਂ ਵਾਲੀਆਂ ਹੀ ਹਨ। ਸਿੱਖ ਧਰਮ ਵਿੱਚ ਸਪਿਰਿਚੁਅਲਿਟੀ ਤੇ ਇੰਪੀਰੀਅਲਿਜ਼ਮ ਇਹ ਦੋਵੇਂ ਨਾਲ-ਨਾਲ ਚੱਲਦੇ ਹਨ। ਇਸੇ ਲਈ ਸਿੱਖ ਧਰਮ ਵਿੱਚ ਧਰਮ ਤੇ ਰਾਜਨੀਤੀ ਨੂੰ ਵੱਖ-ਵੱਖ ਨਹੀਂ ਕੀਤਾ ਜਾ ਸਕਦਾ। ਔਰੰਗਜ਼ੇਬ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਖਾਰ ਖਾਨ ਦੀ ਇਹੋ ਸਭ ਤੋਂ ਵੱਡੀ ਵਜ੍ਹਾ ਸੀ। ਔਰੰਗਜ਼ੇਬ ਦੀ ਚਿੱਠੀ ਦੇ ਬੋਲ ਸਨ ਕਿ ਜਿਹੜੀ ਤੁਹਾਡੇ ਰਾਜ ਦੀ ਐਸਟੈਬਲਿਸ਼ਮੈਂਟ ਹੈ, ਇਹ ਮੇਰੀ ਬਾਦਸ਼ਾਹਤ ਨੂੰ ਚੁਣੌਤੀ ਦਿੰਦੀ ਹੈ। ਇਹ ਸੰਦੇਸ਼ਾ ਮਿਲਦੇ ਹੀ ਤੁਸੀਂ ਤੁਰੰਤ ਪ੍ਰਭਾਵ ਨਾਲ ਆ ਕੇ ਮੈਨੂੰ ਮਿਲਣ ਲਈ ਪੇਸ਼ ਹੋਵੋ, ਨਹੀਂ ਤਾਂ ਫਿਰ ਮੈਨੂੰ ਆਪਣੇ ਜ਼ੋਰ ਦੇ ਦਮ ਤੇ ਤੁਹਾਡਾ ਨਗਾੜਾ ਵਜਾਉਣਾ ਬੰਦ ਕਰਨਾ ਪਊਗਾ। ਇਹੀ ਕਾਰਨ ਸਨ ਜਿਨ੍ਹਾਂ ਕਰਕੇ 22 ਧਰ ਦੇ ਪਹਾੜੀ ਰਾਜੇ ਵੱਖ-ਵੱਖ ਬਹਾਨੇ ਬਣਾ ਕੇ ਗੁਰੂ ਸਾਹਿਬ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ ਤਾਂ ਜੋ ਹਕੂਮਤ ਦੇ ਬਾਦਸ਼ਾਹ ਤੇ ਆਪਣੇ ਮਾਲਕ ਔਰੰਗਜ਼ੇਬ ਦੇ ਨਜ਼ਦੀਕੀ ਬਣ ਕੇ ਰਹਿ ਸਕਣ। ਸ਼ਾਇਦ ਇਹੀ ਕਾਰਨ ਸੀ ਕਿ ਤਲਵਾਰ ਦੀ ਨੋਕ ਤੇ ਸਾਰੇ ਭਾਰਤ ਨੂੰ ਮੁਸਲਮਾਨ ਬਣਾਉਣ ਦਾ ਇਰਾਦਾ ਰੱਖਣ ਵਾਲੇ ਔਰੰਗਜ਼ੇਬ ਨੇ ਕਦੀ ਇਹਨਾਂ 22 ਧਰ ਦੇ ਹਿੰਦੂ ਰਾਜਿਆਂ ਨੂੰ ਧਰਮ ਪਰਿਵਰਤਨ ਕਰਨ ਲਈ ਪਰੇਸ਼ਾਨ ਨਹੀਂ ਕੀਤਾ ਤੇ ਗੁਰੂ ਸਾਹਿਬ ਖਿਲਾਫ ਇਸੇ ਨੀਤੀ ਦੇ ਤਹਿਤ ਹੀ ਰਾਜੇ ਭੀਮ ਚੰਦ ਨੇ ਆਪਣੇ ਪੁੱਤਰ ਦੇ ਵਿਆਹ ਬਹਾਨੇ ਦੋਵੇਂ ਬੇਸ਼ਕੀਮਤੀ ਸੁਗਾਤਾਂ, ਪ੍ਰਸਾਦੀ ਹਾਥੀ ਤੇ 4 ਲੱਖੀ ਚਾਨਣੀ ਉਧਾਰੀ ਦੇਣ ਦੀ ਮੰਗ ਕੀਤੀ ਸੀ। ਭੀਮ ਚੰਦ ਦੇ ਦਿਮਾਗ ਵਿੱਚ ਇਹ ਖੁਰਾਫਤ ਚੱਲ ਰਹੀ ਸੀ ਕਿ ਪਹਿਲਾਂ ਇਹ ਦੋਵੇਂ ਬੇਸ਼ਕੀਮਤੀ ਚੀਜ਼ਾਂ ਮੰਗ ਲਵਾਂਗੇ ਤੇ ਫਿਰ ਦੇਣ ਸਮੇਂ ਮੁੱਲੋਂ ਹੀ ਮੁੱਕਰ ਜਾਵਾਂਗੇ ਤੇ ਗੁਰੂ ਗੋਬਿੰਦ ਸਿੰਘ ਨੂੰ ਹਮਲਾ ਕਰਨ ਲਈ ਮਜਬੂਰ ਕਰਾਂਗੇ ਤੇ ਜਦੋਂ ਹਮਲਾ ਹੋਊਗਾ ਤਾਂ ਅਸੀਂ ਰੌਲਾ ਪਾ ਦੇਵਾਂਗੇ ਕਿ ਗੁਰੂ ਗੋਬਿੰਦ ਨੇ ਸਾਡੇ ਤੇ ਹਮਲਾ ਕੀਤਾ ਹੈ, ਸਾਨੂੰ ਤਾਂ ਆਪਣੀ ਆਤਮ ਰੱਖਿਆ ਲਈ ਮਜਬੂਰੀ ਵਿੱਚ ਹਥਿਆਰ ਚੁੱਕਣੇ ਪੈ ਰਹੇ ਹਨ। ਔਰੰਗਜ਼ੇਬ ਨੂੰ ਵੀ ਸਾਡੀ ਮਦਦ ਬਹਾਨੇ ਆਪਣੀ ਖਾਰ ਕੱਢਣ ਦਾ ਮੌਕਾ ਮਿਲ ਜਾਊਗਾ ਤੇ ਅਸੀਂ ਉਹ ਬੇਸ਼ਕੀਮਤੀ ਚੀਜ਼ਾਂ ਵੀ ਹਥਿਆ ਲਵਾਂਗੇ ਤੇ ਸਾਰੇ 22 ਧਰ ਦੇ ਰਾਜਿਆਂ ਦੀਆਂ ਤੇ ਔਰੰਗਜ਼ੇਬ ਦੀਆਂ ਫੌਜਾਂ ਦੇ ਸਿਰ ਤੇ ਬਿਨਾਂ ਕਿਸੇ ਬਾਲੀ ਖੇਚਲ ਦੇ ਜੰਗ ਵੀ ਜਿੱਤ ਜਾਵਾਂਗੇ। ਦਸ਼ਮੇਸ਼ ਪਿਤਾ ਪਹਾੜੀ ਰਾਜਿਆਂ ਦੀ ਇਹ ਚਲਾਕੀ ਭਲੀ ਭਾਂਤੀ ਸਮਝ ਗਏ ਸਨ। ਭੀਮ ਚੰਦ ਦੀਆਂ ਇਹ ਸਾਰੀਆਂ ਜੁਗਤਾਂ ਉਸ ਸਮੇਂ ਫੇਲ ਹੋ ਗਈਆਂ ਜਦੋਂ ਗੁਰੂ ਸਾਹਿਬ ਨੇ ਅੱਗੋਂ ਜਵਾਬ ਭੇਜਿਆ ਕਿ ਭੀਮ ਚੰਦ, ਜੇ ਇਹ ਸਾਰੀਆਂ ਸੁਗਾਤਾਂ ਮੇਰੀਆਂ ਆਪਣੀਆਂ ਨਿੱਜੀ ਹੁੰਦੀਆਂ ਤਾਂ ਮੈਨੂੰ ਇਹਨਾਂ ਨੂੰ ਦੇਣ ਵਿੱਚ ਕੋਈ ਇਤਰਾਜ਼ ਨਹੀਂ ਸੀ, ਪਰ ਇਹ ਸਭ ਤਾਂ ਸਿੱਖਾਂ ਵੱਲੋਂ ਗੁਰੂ ਘਰ ਤੇ ਸੰਗਤ ਨੂੰ ਭੇਟਾ ਕੀਤੀਆਂ ਗਈਆਂ ਹਨ। ਜਦੋਂ ਜਵਾਬ ਭੀਮ ਚੰਦ ਤੱਕ ਪਹੁੰਚਿਆ ਤਾਂ ਉਹ ਗੁੱਸੇ ਨਾਲ ਬੁਖਲਾ ਉੱਠਿਆ ਤੇ ਧਮਕੀ ਭਰੇ ਅੰਦਾਜ਼ ਵਿੱਚ ਲਿਖ ਕੇ ਭੇਜਿਆ ਕਿ ਕੋਈ ਨਾ, ਇੱਕ ਵਾਰ ਫਿਰ ਮੈਨੂੰ ਆਪਣੇ ਪੁੱਤਰ ਦੇ ਵਿਆਹ ਤੋਂ ਵਿਹਲਾ ਹੋ ਲੈਣ ਦਿਓ, ਫਿਰ ਦੇਖਦਾ ਹਾਂ ਕਿ ਤੁਹਾਡੇ ਨਾਲ ਕਿਵੇਂ ਨਜਿੱਠਣਾ ਹੈ।
ਇਸ ਜਵਾਬ ਦੇ ਪਹੁੰਚਣ ਤੱਕ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਹੁਣ ਪਾਉਂਟਾ ਸਾਹਿਬ ਦੀ ਧਰਤੀ ਤੇ ਪਹੁੰਚ ਚੁੱਕੇ ਸਨ। ਪਰ ਕੁੱਤੇ ਦੀ ਪੂਛ ਕਿਹੜਾ ਕਦੀ ਸਿੱਧੀ ਹੁੰਦੀ ਹੈ। ਇਹ ਸਕੀਮ ਫੇਲ ਹੋ ਗਈ ਤਾਂ ਉਹਨਾਂ ਨੇ ਸਿੰਘ ਫਸਾਉਣ ਲਈ ਹੋਰ ਜੁਗਤਾਂ ਲੜਾਉਣੀਆਂ ਜਾਰੀ ਰੱਖੀਆਂ। ਗੁਰੂ ਸਾਹਿਬ ਜੀ ਨੂੰ ਪਤਾ ਲੱਗਾ ਕਿ ਰਾਜੇ ਭੀਮ ਚੰਦ ਨੇ ਚੂੜਪੁਰ ਪੱਤਨ ਤੋਂ ਜਮਨਾ ਨੂੰ ਪਾਰ ਕਰਕੇ ਪਾਉਂਟਾ ਸਾਹਿਬ ਹੁੰਦੇ ਹੋਏ ਬਰਾਤ ਨੂੰ ਲੈ ਕੇ ਜਾਣ ਦਾ ਮਨ ਬਣਾਇਆ ਸੀ। ਗੁਰੂ ਸਾਹਿਬ ਨੂੰ ਪਤਾ ਸੀ ਕਿ ਜੇ ਬਰਾਤ ਇਸ ਰਾਹ ਥਾਣੀ ਲੰਗੀ ਤਾਂ ਇਹਨਾਂ ਸ਼ਲਾਰੂਆਂ ਨੇ ਸ਼ਰਾਰਤਾਂ ਕਰਨ ਤੋਂ ਬਾਜ਼ ਨਹੀਂ ਆਉਣਾ ਤੇ ਜੇ ਇਹਨਾਂ ਦੇ ਉਕਸਾਉਣ ਕਰਕੇ ਕਿਤੇ ਦੋਵਾਂ ਧਿਰਾਂ ਦੀ ਕੋਈ ਝੜਪ ਹੋ ਗਈ ਤਾਂ ਨਾਮ ਖਾਲਸੇ ਦਾ ਹੀ ਖਰਾਬ ਹੋਊਗਾ। ਜ਼ਰੂਰ ਸਿੱਖਾਂ ਨੇ ਹੀ ਲੁੱਟਪਾਟ ਕਰਨ ਦੇ ਇਰਾਦੇ ਨਾਲ ਹਮਲਾ ਕੀਤਾ ਹੋਊਗਾ। ਉੱਤੋਂ ਬਰਾਤ ਵਿੱਚ 22 ਧਰ ਦੇ ਰਾਜਿਆਂ ਦੀਆਂ ਸਾਰੀਆਂ ਫੌਜਾਂ ਨੇ ਸ਼ਾਮਲ ਹੋਣਾ ਸੀ। ਸੋ ਜੇ ਕੋਈ ਝੜਪ ਹੋ ਜਾਂਦੀ ਤਾਂ ਬਹੁਤ ਵੱਡਾ ਨੁਕਸਾਨ ਹੋਣ ਦਾ ਖਤਰਾ ਸੀ। ਇਸ ਲਈ ਗੁਰੂ ਸਾਹਿਬ ਨੇ ਪਹਿਲਾਂ ਹੀ ਭੀਮ ਚੰਦ ਨੂੰ ਸੁਨੇਹਾ ਭੇਜ ਦਿੱਤਾ ਕਿ ਸਿਰਫ ਲਾੜਾ ਤੇ ਉਸਦੇ ਕੁਝ ਸਾਥੀ ਹੀ ਪਾਉਂਟਾ ਸਾਹਿਬ ਹੋ ਕੇ ਬਰਾਤ ਲੈ ਕੇ ਜਾ ਸਕਦੇ ਹਨ। ਹੋਰ ਕਿਸੇ ਨੂੰ ਵੀ ਇਸ ਇਲਾਕੇ ਥਾਣੀ ਜਾਣ ਦੀ ਇਜਾਜ਼ਤ ਨਹੀਂ ਹੈ। ਭੀਮ ਚੰਦ ਇਸ ਐਲਾਨ ਤੋਂ ਡਰ ਗਿਆ ਤੇ ਇਤਿਹਾਸ ਗਵਾਹ ਹੈ ਕਿ ਸਿਰਫ ਲਾੜਾ ਤੇ ਉਸਦੇ ਕੁਝ ਸਾਥੀ ਹੀ ਇਸ ਰਸਤੇ ਤੋਂ ਹੋ ਕੇ ਗਏ। ਬਾਕੀ ਦੀ ਸਾਰੀ ਬਰਾਤ ਯਮਨਾ ਪਾਰ ਕਰਨ ਤੋਂ ਬਾਅਦ ਕਾਫੀ ਵਲੇਵਾ ਖਾ ਕੇ ਲੜਕੀ ਵਾਲਿਆਂ ਦੇ ਘਰ ਪਹੁੰਚੀ। ਜਿਵੇਂ ਕਿ ਆਪਾਂ ਪਹਿਲੇ ਭਾਗ ਵਿੱਚ ਵੇਖਿਆ ਕਿ ਰਾਜੇ ਭੀਮ ਚੰਦ ਦੇ ਪੁੱਤਰ ਦਾ ਵਿਆਹ ਜਿਹੜੇ ਰਾਜੇ ਫਤਿਹ ਚੰਦ ਦੀ ਧੀ ਨਾਲ ਹੋਣਾ ਸੀ ਉਹ ਗੁਰੂ ਘਰ ਦਾ ਪੱਕਾ ਸ਼ਰਧਾਲੂ ਸੀ ਤੇ ਆਪਣੇ ਪੱਕੇ ਸ਼ਰਧਾਲੂ ਦੀ ਧੀ ਦੇ ਵਿਆਹ ਤੇ ਗੁਰੂ ਮਹਾਰਾਜ ਨੇ ਕਈ ਤੋਹਫੇ ਭੇਜੇ ਜੋ ਬਹੁਤ ਜ਼ਿਆਦਾ ਕੀਮਤੀ ਸਨ। ਇਹ ਤੋਹਫੇ ਲੈ ਕੇ ਗਏ ਸਨ ਭਾਈ ਦਇਆ ਰਾਮ ਤੇ ਭਾਈ ਨੰਦ ਰਾਮ ਤੇ ਨਾਲ ਭੇਜੀ ਗਈ ਸੀ 500 ਸਿੰਘਾਂ ਦੀ ਫੌਜ, ਕਿਉਂਕਿ ਗੁਰੂ ਸਾਹਿਬ ਨੇ ਅੰਦਾਜ਼ਾ ਲਾ ਲਿਆ ਸੀ ਕਿ ਇੰਨੇ ਮਹਿੰਗੇ ਤੋਹਫੇ ਵੇਖ ਕੇ ਇਹਨਾਂ ਲਾਲਚੀਆਂ ਦੀ ਨੀਅਤ ਜ਼ਰੂਰ ਬੇਈਮਾਨ ਹੋਊਗੀ ਤੇ ਜੇ ਇਸ ਦੌਰਾਨ ਕੋਈ ਅਨਹੋਣੀ ਹੋ ਗਈ ਤਾਂ ਇਹ ਰਿਸ਼ਤਾ ਟੁੱਟ ਵੀ ਸਕਦਾ ਹੈ। ਤੇ ਫਿਰ ਫਤਿਹ ਚੰਦ ਦੇ ਮਨ ਵਿੱਚ ਕੀ ਆਊਗਾ ਕਿ ਮੈਂ ਤਾਂ ਗੁਰੂ ਘਰ ਦਾ ਸ਼ਰਧਾਲੂ ਸਾਂ, ਫੇਰ ਵੀ ਮੇਰੀ ਧੀ ਦੇ ਵਿਆਹ ਤੇ ਜੰਗ ਕਰਕੇ ਰਿਸ਼ਤੇਦਾਰਾਂ ਦਾ ਨੁਕਸਾਨ ਕਿਉਂ ਕੀਤਾ ਗਿਆ। ਤੇ ਜਦੋਂ ਇਹ ਤੋਹਫੇ ਲਿਜਾ ਕੇ ਪੰਡਾਲ ਵਿੱਚ ਰੱਖੇ ਗਏ ਤਾਂ ਉੱਥੇ ਭੀਮ ਚੰਦ ਤੇ 22 ਧਰ ਦੇ ਸਾਰੇ ਰਾਜੇ ਬੈਠੇ ਸਨ। ਭੀਮ ਚੰਦ ਨੇ ਮੁੰਡੇ ਦਾ ਪਿਓ ਹੋਣ ਵਾਲੀ ਧੌਂਸ ਦਿਖਾਉਂਦਿਆਂ ਰਾਜੇ ਫਤਿਹ ਚੰਦ ਨੂੰ ਕਿਹਾ ਕਿ ਅਸੀਂ ਇਸ ਗੁਰੂ ਦੇ ਕੋਲੋਂ ਕੁਝ ਮੰਗਿਆ ਸੀ ਪਰ ਇਸ ਨੇ ਮਨਾ ਕਰਕੇ ਸਾਡਾ ਅਪਮਾਨ ਕੀਤਾ ਹੈ ਤੇ ਜੇ ਹੁਣ ਤੁਸੀਂ ਗੁਰੂ ਘਰ ਦੇ ਤੋਹਫੇ ਕਬੂਲ ਕਰ ਲਏ ਤਾਂ ਅਸੀਂ ਇਹ ਰਿਸ਼ਤਾ ਤੋੜ ਕੇ ਹੁਣੇ ਵਾਪਸ ਮੁੜ ਜਾਵਾਂਗੇ। ਸੁਭਾਵਕ ਜੀ ਗੱਲ ਹੈ ਕਿ ਲੜਕੀ ਦਾ ਪਿਤਾ ਸੀ, ਵਿਚਾਰਾ ਝੁਕ ਗਿਆ। ਫਤਿਹ ਚੰਦ ਨੇ ਉਹ ਤੋਹਫੇ ਵਾਪਸ ਕਰ ਦਿੱਤੇ ਤੇ ਸਿੱਖ ਚੁੱਪਚਾਪ ਉੱਥੋਂ ਰਵਾਨਾ ਹੋ ਗਏ। ਸਿੱਖ ਤਾਂ ਉਹ ਤੋਹਫੇ ਲੈ ਕੇ ਚਲੇ ਗਏ ਪਰ ਇਹ ਲਾਲਚੀ ਰਾਜੇ ਆਪਣੇ ਆਪ ਤੇ ਕਾਬੂ ਨਾ ਰੱਖ ਪਾਏ ਤੇ ਜਦੋਂ ਸਿੱਖ ਯਮਨਾ ਦੇ ਕੰਢੇ ਪਹੁੰਚੇ ਤਾਂ ਇਹਨਾਂ 22 ਧਰ ਦੇ ਰਾਜਿਆਂ ਦੀ ਇੱਕ ਵੱਡੀ ਫੌਜ ਨੇ ਸਿੱਖਾਂ ਦੇ ਪਿੱਛੋਂ ਹਮਲਾ ਕਰ ਦਿੱਤਾ। ਯਮਨਾ ਦੇ ਕੰਢੇ ਤੇ ਇੱਕ ਜ਼ਬਰਦਸਤ ਜੰਗ ਹੋਈ ਜੋ ਕਈ ਘੰਟੇ ਤੱਕ ਚੱਲੀ। ਪਰ ਬੜੇ ਹੀ ਮਾਣ ਦੀ ਗੱਲ ਹੈ ਕਿ ਇੰਨੀ ਵੱਡੀ ਫੌਜ ਲੈ ਕੇ ਅਚਾਨਕ ਹਮਲਾ ਕਰਨ ਦੇ ਬਾਅਦ ਵੀ ਪਹਾੜੀ ਰਾਜਿਆਂ ਨੂੰ ਮੂੰਹ ਦੀ ਖਾਣੀ ਪਈ। ਇਸ ਜੰਗ ਵਿੱਚ ਉਹਨਾਂ ਦੇ ਕੁੱਲ 57 ਸਿਪਾਹੀ ਮਾਰੇ ਗਏ ਪਰ ਕਿਸੇ ਇੱਕ ਵੀ ਸਿੱਖ ਦਾ ਜਾਨੀ ਨੁਕਸਾਨ ਨਹੀਂ ਹੋਇਆ। ਤਾਂ ਔਰੰਗਜ਼ੇਬ ਤੇ 22 ਧਰ ਦੇ ਰਾਜਿਆਂ ਦੇ ਮਨ ਵਿੱਚ ਗੁਰੂ ਘਰ ਪ੍ਰਤੀ ਨਫ਼ਰਤ ਦੀ ਅੱਗ ਬੜੇ ਲੰਮੇ ਸਮੇਂ ਤੋਂ ਧੁਖ ਰਹੀ ਸੀ ਪਰ ਇਸ ਜੰਗ ਵਿੱਚ ਕਰਾਰੀ ਹਾਰ ਦੇ ਕਾਰਨ ਹੋਈ ਬੇਇੱਜ਼ਤੀ ਨੇ ਇਸ ਅੱਗ ਵਿੱਚ ਘਿਓ ਪਾਉਣ ਦਾ ਕੰਮ ਕੀਤਾ। ਇਹ ਸਨ ਜੰਗ ਦੇ ਮੁੱਖ ਕਾਰਨ ਜਿਨ੍ਹਾਂ ਕਰਕੇ ਗੁਰੂ ਸਾਹਿਬ ਨੂੰ ਆਪਣੇ ਜੀਵਨ ਦੀ ਪਹਿਲੀ ਜੰਗ ਲੜਨੀ ਪਈ।